number 72. It is about a, an and the. Usage of a, an and the, these are articles. So ਇਹਦੀ यूजेज ਦੇ ਬਾਰੇ ਚ ਪੜਾਂਗੇ। ਇਹਨੂੰ ਸਮਝਾਉਣ ਲਈ ਆਪਾਂ ਨੂੰ ਇੱਕ ਕਨਵਰਸੇਸ਼ਨ ਦਿੱਤੀ ਹੋਈ ਹੈ ਜੋ ਤੇ ਕੈਰਨ ਦੀ। ਜੋ ਕਹਿ ਰਿਹਾ ਆਈ ਹੈਡ ਅ ਸੈਂਡਵਿਚ ਐਂਡ ਐਨ ਐਪਲ ਫॉर ਲੰਚ। ਓਕੇ, ਸੈਂਡਵਿਚ ਦੀ ਇੱਕ ਜਨਰਲ ਸੈਂਡਵਿਚ ਤੇ ਐਪਲ ਦੀ ਗੱਲ ਹੋ ਰਹੀ ਹੈ, ਠੀਕ ਹੈ। ਉਹਨਾਂ ਨਾਲ ਆਰਟੀਕਲਸ ਲੱਗੇ ਨੇ ਏ ਤੇ ਐਨ। ਜਦੋਂ ਉਸੇ ਸੈਂਡਵਿਚ ਦੀ ਗੱਲ ਉਹ ਦੂਸਰੀ ਸੈਂਟੈਂਸ 'ਚ ਕਰ ਰਿਹਾ, ਦ ਸੈਂਡਵਿਚ ਵਾਜ਼ਨਟ ਵੈਰੀ ਗੁੱਡ ਬਟ ਦ ਐਪਲ ਵਾਜ਼ ਨਾਈਸ। ਹੁਣ ਸਾਨੂੰ ਪਤਾ ਹੈ ਕਿਹੜੇ ਸੈਂਡਵਿਚ ਦੀ ਗੱਲ ਹੋ ਰਹੀ ਹੈ, ਜਿਹੜੇ ਸੈਂਡਵਿਚ ਦੀ ਗੱਲ ਉਹਨੇ ਪਹਿਲਾਂ ਕੀਤੀ ਸੀ। ਸੋ ਦਿਸ ਇਜ਼ ਦ ਪਰਟੀਕੂਲਰ ਸੈਂਡਵਿਚ ਵਿਚ ਹੀ ਟਾਕਡ ਅਬਾਊਟ ਅਰਲੀਅਰ। ਸੋ ਇਹਦੇ ਨਾਲ ਆਪਾਂ ਦ ਲਗਾਇਆ। ਫਿਰ ਐਪਲ ਦੀ ਗੱਲ ਹੋ ਰਹੀ ਹੈ, ਜਿਹੜਾ ਐਪਲ ਉਹਨੇ ਸਵੇਰੇ ਲੰਚ 'ਚ ਖਾਧਾ ਸੀਗਾ, ਸੋ ਉਹਦੇ ਨਾਲ ਵੀ ਆਪਾਂ ਦ ਲਗਾਇਆ। ਸੋ ਉਹ ਜਿਹੜੀਆਂ ਚੀਜ਼ਾਂ ਜਿਨ੍ਹਾਂ ਨਾਲ ਆਪਾਂ ਫੈਮਿਲੀਅਰ ਆ, ਜਿਨ੍ਹਾਂ ਦਾ ਸਾਨੂੰ ਆਲਰੇਡੀ ਪਤਾ ਆ, ਉਹਨਾਂ ਨਾਲ ਆਪਾਂ ਦ ਲਗਾਉਣਾ ਆ, ਠੀਕ ਹੈ। ਜਦੋਂ ਕਿਸੇ ਵੀ ਆਮ ਜੀ ਗੱਲ ਦੀ ਕਿਸੇ ਵੀ ਵਰਡ ਨੂੰ ਪਹਿਲੀ ਵਾਰ ਇੰਟਰੋਡਿਊਸ ਕਰ ਰਹੇ ਹਾਂ ਤਾਂ ਉਹਦੇ ਨਾਲ ਏ ਲਗਾਉਣਾ, ਠੀਕ ਹੈ, ਨਾਊਨਸ ਦੇ ਨਾਲ। ਹੁਣ ਐਕਸਰਸਾਈਜ਼ ਦੇਖ ਲੈਂਦੇ ਹਾਂ। ਐਕਸਰਸਾਈਜ਼ 72.1 ਹੈ, ਪੁੱਟ ਏ, ਐਨ ਔਰ ਦ। ਹੁਣ ਇਹਦੇ 'ਚ ਫਸਟ ਹੈ ਦਿਸ ਮੋਰਨਿੰਗ ਆਈ ਬੋਟ ਏ ਨਿਊਜ਼ਪੇਪਰ ਐਂਡ ਡੈਸ਼ ਮੈਗਜ਼ੀਨ। ਹੁਣ ਇੱਕ ਮੈਗਜ਼ੀਨ ਦੀ ਗੱਲ ਹੋ ਰਹੀ ਹੈ, ਸੋ ਏ ਨਿਊਜ਼ਪੇਪਰ ਐਂਡ ਏ ਮੈਗਜ਼ੀਨ ਆਇਆ। ਫਿਰ ਡੈਸ਼ ਨਿਊਜ਼ਪੇਪਰ ਇਜ਼ ਇਨ ਮਾਈ ਬੈਗ ਬਟ ਆਈ ਕਾਂਟ ਰਿਮੈਂਬਰ ਵੇਅਰ ਆਈ ਪੁੱਟ ਡੈਸ਼ ਮੈਗਜ਼ੀਨ। ਹੁਣ ਕਿਹੜੇ ਨਿਊਜ਼ਪੇਪਰ ਦੀ ਗੱਲ ਹੋ ਰਹੀ ਹੈ, ਜਿਹੜਾ ਉਹਨੇ ਸਵੇਰੇ ਖਰੀਦਿਆ ਸੀ, ਦੈਟ ਪਰਟੀਕੂਲਰ ਨਿਊਜ਼ਪੇਪਰ। ਸੋ ਇਹਦੇ ਨਾਲ ਆਪਾਂ ਦ ਲਗਾਵਾਂਗੇ। ਦ ਨਿਊਜ਼ਪੇਪਰ ਇਜ਼ ਇਨ ਮਾਈ ਬੈਗ ਬਟ ਆਈ ਕਾਂਟ ਰਿਮੈਂਬਰ ਵੇਅਰ ਆਈ ਪੁੱਟ ਦ ਮੈਗਜ਼ੀਨ। ਓਕੇ, ਆਈ ਸੌ ਡੈਸ਼ ਐਕਸੀਡੈਂਟ ਦਿਸ ਮੋਰਨਿੰਗ। ਹੁਣ ਉਹਨੇ ਸਵੇਰੇ ਇੱਕ ਐਕਸੀਡੈਂਟ ਦੇਖਿਆ, ਸੋ ਆਈ ਸੌ accident this morning dash car crashed into dash tree। a car crashed into a tree dash driver of dash car wasn't hurt। ਹੁਣ ਸਾਨੂੰ ਪਤਾ ਹੈ ਕਿਹੜੇ ਡਰਾਈਵਰ ਦੀ ਗੱਲ ਹੋ ਰਹੀ ਹੈ, ਉਸ ਡਰਾਈਵਰ ਦੀ ਜਿਹੜਾ ਇਸ ਪਰਟੀਕੂਲਰ ਕਾਰ ਦਾ ਡਰਾਈਵਰ ਸੀ ਜਿਹੜੀ ਕ੍ਰੈਸ਼ ਹੋਈ ਹੈ। ਸੋ ਦ ਡਰਾਈਵਰ ਆਫ ਦ ਕਾਰ, ਕਿਉਂਕਿ ਉਹ ਵਾਲੀ ਕਾਰ ਜਿਹੜੀ ਕ੍ਰੈਸ਼ ਹੋਈ ਹੈ ਸਾਨੂੰ ਪਤਾ ਹੈ। ਸੋ ਬਟ ਡੈਸ਼ ਕਾਰ ਵਾਜ਼ ਬੈਡਲੀ damaged। वो कह रहे the driver of the car wasn't hurt but the car was badly damaged। ਇੱਥੇ ਵੀ ਕਾਰ ਦੇ ਨਾਲ ਦ ਲਗਾਇਆ ਕਿਉਂਕਿ ਉਸ ਪਰਟੀਕੂਲਰ ਕਾਰ ਦੀ ਗੱਲ ਹੋ ਰਹੀ ਹੈ ਜਿਹੜੀ ਕ੍ਰੈਸ਼ ਹੋਈ ਹੈ, ਜਿਹਦੇ ਬਾਰੇ 'ਚ ਉੱਪਰ ਗੱਲ ਹੋ ਚੁੱਕੀ ਹੈ। ਸੋ ਥਰਡ ਇਜ਼ there are two cars parked outside dash blue one and dash grey one। ਉਹ ਕਹਿ ਰਿਹਾ ਕਿ ਬਾਹਰ ਦੋ ਗੱਡੀਆਂ ਪਾਰਕਡ ਨੇ, ਠੀਕ ਹੈ, ਇੱਕ ਬਲੂ ਹੈ, ਸੋ a blue one and a grey one dash blue one belongs to my neighbor। ਹੁਣ ਕਿਹੜੀ ਕਾਰ ਦੀ ਗੱਲ ਹੋ ਰਹੀ ਹੈ, blue one, ਜਿਹਦੇ ਬਾਰੇ 'ਚ ਆਲਰੇਡੀ ਅੱਗੇ ਗੱਲ ਹੋ ਚੁੱਕੀ ਹੈ। ਸੋ the blue one belongs to my neighbors। I don't know who the owner of the grey one is। ਠੀਕ ਹੈ, ਉਹ ਕਹਿੰਦਾ ਕਿ ਮੈਨੂੰ ਨਹੀਂ ਪਤਾ ਕਿ ਗ੍ਰੇ ਵਨ ਦਾ ਓਨਰ ਕਿਹੜਾ ਹੈ। ਅਸੀਂ ਫੈਮਿਲੀਅਰ ਸੀਗੇ ਗ੍ਰੇ ਵਨ ਕਾਰ ਦੇ ਨਾਲ, ਤੇ ਸਾਨੂੰ ਪਤਾ ਹੈ ਕਿ ਕਿਹੜੇ ਓਨਰ ਦੀ ਗੱਲ ਹੋ ਰਹੀ ਹੈ, ਗ੍ਰੇ ਕਾਰ ਦੇ ਓਨਰ ਦੀ। ਸੋ ਇਸ ਕਰਕੇ ਜਿਹੜੀਆਂ ਚੀਜ਼ਾਂ ਦੇ ਨਾਲ ਅਸੀਂ ਫੈਮਿਲੀਅਰ ਆ, ਜਿਨ੍ਹਾਂ ਦੇ ਬਾਰੇ 'ਚ ਪਹਿਲਾਂ ਗੱਲ ਹੋ ਚੁੱਕੀ ਹੈ, ਉਹਨਾਂ ਨਾਲ ਦ, ਅਦਰਵਾਈਜ਼ ਏ। ਹੁਣ ਫੋਰਥ ਹੈ ਮਾਈ ਫਰੈਂਡਸ ਲਿਵ ਇਨ ਡੈਸ਼ ਓਲਡ ਹਾਊਸ। ਥੋੜਾ ਕਿਸੇ ਵੀ ਓਲਡ ਹਾਊਸ ਦੇ ਬਾਰੇ 'ਚ ਗੱਲ ਹੋਈ ਹੈ, ਠੀਕ ਹੈ। ਏ ਓਲਡ ਹਾਊਸ ਇਨ ਏ ਸਮਾਲ ਵਿਲੇਜ there is a beautiful garden behind the house। ਹੁਣ ਇੱਥੇ ਦ ਕਿਉਂ ਆਇਆ, ਕਿਉਂਕਿ ਹਾਊਸ ਦੀ ਗੱਲ ਪਹਿਲਾਂ ਹੋ ਚੁੱਕੀ ਸੀ। I would like to have a garden like that। ਹੁਣ ਇੱਥੇ ਗਾਰਡਨ ਦੀ ਗੱਲ ਪਹਿਲਾਂ ਹੋ ਚੁੱਕੀ ਹੈ, ਪਰ ਉਹ ਕਹਿ ਰਿਹਾ ਕਿ ਮੈਨੂੰ ਉਸ ਤਰ੍ਹਾਂ ਦਾ ਗਾਰਡਨ ਚਾਹੀਦਾ ਹੈ, ਠੀਕ ਹੈ। ਉਹ ਗਾਰਡਨ ਨਹੀਂ ਚਾਹੀਦਾ, ਉਸ ਤਰ੍ਹਾਂ ਦਾ ਗਾਰਡਨ ਚਾਹੀਦਾ, ਠੀਕ ਹੈ। ਇਸ ਕਰਕੇ ਇਸ ਇਹ ਵਾਲੇ ਗਾਰਡਨ ਦੇ ਨਾਲ ਏ ਲੱਗਿਆ। ਸੋ ਨੈਕਸਟ ਐਕਸਰਸਾਈਜ਼ ਹੈ ਪੁੱਟ ਇਨ ਏ ਐਨ ਔਰ ਦ, ਠੀਕ ਹੈ। ਇਹਦੇ ਵਿੱਚ ਫਿਰ ਆਪਾਂ ਏ ਐਨ ਔਰ ਦ ਲਗਾਉਣਾ। ਦਿਸ ਹਾਊਸ ਇਜ਼ ਵੈਰੀ ਨਾਈਸ ਹੈਜ਼ ਇਟ ਗੋਟ ਡੈਸ਼ ਗਾਰਡਨ, ਕਿ ਇਹਦੇ ਵਿੱਚ ਇੱਕ ਗਾਰਡਨ ਹੈਗਾ, ਸੋ ਹੈਜ਼ ਇਟ ਗੋਟ ਏ ਗਾਰਡਨ ਆਏਗਾ। ਨੈਕਸਟ ਹੈ ਇਟਸ ਬਿਊਟੀਫੁਲ ਡੇ ਲੈਟਸ ਸਿਟ ਇਨ ਡੈਸ਼ ਗਾਰਡਨ, ਲੈਟਸ ਸਿਟ ਇਨ ਦ ਗਾਰਡਨ। ਹੁਣ ਇੱਥੇ ਦ ਕਿਉਂ ਆਇਆ, ਕਿਉਂਕਿ ਉਹ ਕਹਿ ਰਿਹਾ ਹੈ ਕਿ ਇਹ ਬਹੁਤ ਸੋਹਣਾ ਦਿਨ ਹੈ, ਚਲੋ ਗਾਰਡਨ 'ਚ ਬੈਠਦੇ ਹਾਂ। ਇਹਦਾ ਮਤਲਬ ਹੈ ਕਿ ਉਹ ਆਲਰੇਡੀ ਫੈਮਿਲੀਅਰ ਨੇ ਗਾਰਡਨ ਦੇ ਨਾਲ, ਉਹਨਾਂ ਨੂੰ ਪਤਾ ਹੈ ਗਾਰਡਨ ਦਾ, ਠੀਕ ਹੈ। ਇਸ ਕਰਕੇ ਉਹ ਪਰਟੀਕੂਲਰ ਗਾਰਡਨ ਜਿਹੜਾ ਇੱਥੇ ਹੈਗਾ ਉਹਦੇ ਵਿੱਚ ਬੈਠਦੇ ਆ, ਸੋ ਇੱਥੇ ਦ ਲੱਗਿਆ। ਆਈ ਲਾਈਕ ਲਿਵਿੰਗ ਇਨ ਦਿਸ ਹਾਊਸ ਬਟ ਇਟਸ ਅ ਸ਼ੇਮ ਦੈਟ ਡੈਸ਼ ਗਾਰਡਨ ਇਜ਼ ਸੋ ਸਮਾਲ। ਹੁਣ ਕਿਹੜੇ ਗਾਰਡਨ ਦੀ ਗੱਲ ਹੋ ਰਹੀ ਹੈ, ਜਿਹੜਾ ਉਸ ਘਰ ਦੇ ਵਿੱਚ ਹੈਗਾ, ਠੀਕ ਹੈ। ਸੋ ਦੈਟ ਪਰਟੀਕੂਲਰ ਗਾਰਡਨ, ਸੋ ਇਟਸ ਸ਼ੇਮ ਦੈਟ ਦ ਗਾਰਡਨ ਇਜ਼ ਸੋ ਸਮਾਲ। ਓਕੇ,
ਨੈਕਸਟ ਹੈ ਕੈਨ ਯੂ ਰਿਕਮੈਂਡ ਡੈਸ਼ ਗੁੱਡ ਰੈਸਟੋਰੈਂਟ। ਉਹ ਕਹਿ ਰਿਹਾ ਕਿ ਤੁਸੀਂ ਚੰਗਾ ਰੈਸਟੋਰੈਂਟ ਰਿਕਮੈਂਡ ਕਰ ਸਕਦੇ ਹੋ। ਸੋ ਕਿਸੇ ਪਰਟੀਕੂਲਰ ਰੈਸਟੋਰੈਂਟ ਦੀ ਗੱਲ ਨਹੀਂ ਹੋ ਰਹੀ, ਕੋਈ ਵੀ ਰੈਸਟੋਰੈਂਟ ਹੋ ਸਕਦਾ ਹੈ, ਸੋ ਏ ਲੱਗੇਗਾ। ਕੈਨ ਯੂ ਰਿਕਮੈਂਡ ਏ ਗੁੱਡ ਰੈਸਟੋਰੈਂਟ। we had dinner in dash very nice restaurant, a very nice restaurant. then we had dinner in dash best restaurant in town। ਹੁਣ ਸੁਪਰਲੇਟਿਵ ਡਿਗਰੀ ਲੱਗੀ ਹੋਈ ਹੈ ਬੈਸਟ, ਹੈ ਨਾ, ਗੁੱਡ ਬੈਟਰ ਬੈਸਟ। ਜਿਹੜੀ ਬੈਸਟ ਚੀਜ਼ ਹੈ ਦੈਟ ਇਜ਼ ਸੁਪਰੀਮ ਚੀਜ਼, ਠੀਕ ਹੈ, ਉਹਦੇ ਨਾਲ ਹਮੇਸ਼ਾ ਦ ਲੱਗਦਾ। ਸੁਪਰਲੇਟਿਵ ਡਿਗਰੀ ਗੁੱਡ ਬੈਟਰ ਬੈਸਟ ਨਾਲ ਦੀ ਲੱਗੇਗਾ, ਟੌਲ ਟੌਲਰ ਟੌਲੈਸਟ ਨਾਲ ਦੀ ਲੱਗੇਗਾ। ਜਿਹੜੀਆਂ ਵੀ ਸੁਪਰਲੇਟਿਵ ਡਿਗਰੀਜ਼ ਨੇ ਉਹਨਾਂ ਨਾਲ ਦ ਲੱਗਦਾ ਹੈ ਹਮੇਸ਼ਾ। ਸੋ ਥਰਡ ਹੈ she has dash French name। she has a French name but in fact she is English not French। what's dash name of that man we met yesterday। ਹੁਣ ਉਹ ਵਾਲਾ man ਜਿਨ੍ਹਾਂ ਨੂੰ ਉਹ ਕੱਲ ਮਿਲੇ ਸੀ, ਮਤਲਬ they are familiar with the person, so what's the name of that person। next ਹੈ we stayed at very nice hotel, I can't remember dash name now। ਉਹ ਜਿਹੜੇ ਹੋਟਲ 'ਚ ਰੁਕੇ ਸੀਗੇ ਉਹਦਾ ਨਾਮ ਉਹਨਾਂ ਨੂੰ ਯਾਦ ਨਹੀਂ ਹੈ ਬਟ ਦੇ ਆਰ ਫੈਮਿਲੀਅਰ ਵਿਦ ਇਟ, ਸੋ ਆਈ ਕਾਂਟ ਰਿਮੈਂਬਰ ਦ ਨੇਮ ਨਾਓ। ਨੈਕਸਟ ਹੈ ਫੋਰਥ देयर इजन डैश एयरपोर्ट नियर वेयर आई लिव। ਉਹ ਕਹਿੰਦਾ ਜਿੱਥੇ ਮੈਂ ਰਹਿਣਾ ਆ ਉੱਥੇ ਕੋਈ ਵੀ 에ਅਰਪੋਰਟ ਨਹੀਂ ਹੈਗਾ, ਕੋਈ ਵੀ, ਇਟ ਮੀਨਸ ਇਟ ਇਜ਼ ਨਾਟ ਅ ਪਰਟੀਕੂਲਰ 에ਅਰਪੋਰਟ, ਕੋਈ ਵੀ 에ਅਰਪੋਰਟ, ਠੀਕ ਹੈ, ਉਹਦੇ ਨਾਲ ਏ ਲੱਗੇਗਾ। ਜਦੋਂ ਕਿਸੇ ਸਪੈਸੀਫਿਕ 에ਅਰਪੋਰਟ ਦੀ ਗੱਲ ਹੋਏਗੀ ਤਾਂ ਦ ਲੱਗੇਗਾ। ਜਦੋਂ ਇਨ ਜਨਰਲ 에ਅਰਪੋਰਟ ਦੀ ਗੱਲ ਹੋ ਰਹੀ ਹੈ ਤਾਂ ਏ ਲੱਗੇਗਾ। ਸੋ ਵੇਅਰ ਆਈ ਲਿਵ ਡੈਸ਼ ਨੀਅਰੈਸਟ 에ਅਰਪੋਰਟ ਇਜ਼ 70 ਮਾਈਲਸ ਅਵੇ। ਹੁਣ ਨੀਅਰੈਸਟ ਅਗੇਨ ਸੁਪਰਲੇਟਿਵ ਡਿਗਰੀ ਹੈ ਤੇ ਉਹ ਵਾਲਾ 에ਅਰਪੋਰਟ ਦੀ ਗੱਲ ਹੋ ਰਹੀ ਹੈ, ਉਹ ਪਰਟੀਕੂਲਰ 에ਅਰਪੋਰਟ ਜਿਹੜਾ ਕਿ 70 ਮਾਈਲਸ ਅਵੇ ਹੈ, ਇਸ ਕਰਕੇ ਇਹਦੇ ਨਾਲ ਦ ਲੱਗਿਆ। ਨੈਕਸਟ ਹੈ ਆਵਰ ਫਲਾਈਟਸ ਵਾਜ਼ ਡਿਲੇਡ। ਆਵਰ ਫਲਾਈਟ ਵਾਜ਼ ਡਿਲੇਡ, ਸਾਡੀ ਫਲਾਈਟ ਡਿਲੇ ਹੋ ਗਈ ਸੀ। ਵੀ ਹੈਡ ਟੂ ਵੇਟ ਐਟ ਡੈਸ਼ 에ਅਰਪੋਰਟ ਫॉर 3 ਆਵਰਸ। ਸਾਨੂੰ 3 ਘੰਟੇ 에ਅਰਪੋਰਟ 'ਤੇ ਵੇਟ ਕਰਨੀ ਪਈ। ਹੁਣ ਕਿਸੇ ਵੀ 에ਅਰਪੋਰਟ ਦੀ ਗੱਲ ਨਹੀਂ ਹੋ ਰਹੀ, ਸਪੈਸੀਫਿਕ 에ਅਰਪੋਰਟ ਦੀ ਗੱਲ ਹੋ ਰਹੀ ਹੈ ਜਿੱਥੇ ਉਹਨਾਂ ਦੀ ਫਲਾਈਟ ਸੀਗੀ। ਸੋ ਵੀ ਹੈਡ ਟੂ ਵੇਟ ਐਟ ਦ 에ਅਰਪੋਰਟ ਫॉर 3 ਆਵਰਸ। ਨੈਕਸਟ ਹੈ ਐਕਸਕਿਊਜ਼ ਮੀ ਪਲੀਜ਼ ਕੈਨ ਯੂ ਟੈਲ ਮੀ ਹਾਊ ਟੂ ਗੈਟ ਟੂ ਡੈਸ਼ 에ਅਰਪੋਰਟ। ਹੁਣ ਕਿਸੇ ਵੀ 에ਅਰਪੋਰਟ ਦੀ ਗੱਲ ਨਹੀਂ ਹੋ ਰਹੀ, ਦੈਟ ਸਪੈਸੀਫਿਕ 에ਅਰਪੋਰਟ ਵਿਚ ਇਜ਼ ਨੀਅਰ ਬਾਏ, ਸੋ ਹਾਊ ਟੂ ਗੈਟ ਟੂ ਦ 에ਅਰਪੋਰਟ, ਠੀਕ ਹੈ। ਨੈਕਸਟ ਹੈ ਆਰ ਯੂ ਗੋਇੰਗ ਅਵੇ ਨੈਕਸਟ ਵੀਕ, ਨੋ ਡੈਸ਼ ਵੀਕ ਆਫਟਰ ਨੈਕਸਟ। ਉਹ ਕਹਿੰਦਾ ਕਿ ਤੁਸੀਂ ਅਗਲੇ ਵੀਕ ਬਾਹਰ ਜਾ ਰਹੇ ਹੋ, ਉਹ ਕਹਿੰਦੇ ਨਹੀਂ ਉਸ ਤੋਂ ਅਗਲੇ ਜਾ ਰਹੇ ਹਾਂ। ਇਟ ਮੀਨਸ ਕਿਸੇ ਪਰਟੀਕੂਲਰ ਵੀਕ ਦੀ ਗੱਲ ਹੋ ਰਹੀ ਹੈ, ਨੈਕਸਟ ਤੋਂ ਅਗਲਾ ਵੀਕ, ਓਕੇ, ਦੈਟ ਇਜ਼ ਅ ਪਰਟੀਕੂਲਰ ਵੀਕ। ਇਹ ਤਾਂ ਨਹੀਂ ਹੈ ਕਿ ਸਾਲ ਦਾ ਕੋਈ ਵੀ ਵੀਕ ਹੈ, ਠੀਕ ਹੈ, ਜਿਹਨੂੰ ਅਸੀਂ ਆਈਡੈਂਟੀਫਾਈ ਨਹੀਂ ਕਰ ਸਕਦੇ, ਇਸ ਕਰਕੇ ਇੱਕ ਪਰਟੀਕੂਲਰ ਵੀਕ ਦੀ ਗੱਲ ਹੋ ਰਹੀ ਹੈ, ਉਹਦੇ ਨਾਲ ਦ ਲੱਗਿਆ। ਨੈਕਸਟ ਹੈ ਬੀ ਆਈ ਐਮ ਗੋਇੰਗ ਅਵੇ ਫॉर ਡੈਸ਼ ਵੀਕ ਇਨ ਸੈਪਟੈਂਬਰ। ਹੁਣ ਕਹਿੰਦਾ ਮੈਂ ਸੈਪਟੈਂਬਰ 'ਚ ਇੱਕ ਹਫ਼ਤੇ ਲਈ ਬਾਹਰ ਜਾ ਰਿਹਾ ਹਾਂ। ਹੁਣ ਆਪਾਂ ਨੂੰ ਨਹੀਂ ਪਤਾ ਕਿ ਸੈਪਟੈਂਬਰ ਦਾ ਕਿਹੜਾ ਵੀਕ, ਹੁਣ ਇੱਕ ਮਹੀਨੇ 'ਚ 4 ਵੀਕਸ ਨੇ, ਕੋਈ ਵੀ ਵੀਕ ਹੋ ਸਕਦਾ ਹੈ, ਸੋ ਇਹਦੇ ਨਾਲ ਇਹ ਕਲੀਅਰ ਨਹੀਂ ਹੋ ਰਿਹਾ ਕਿਹੜਾ ਪਰਟੀਕੂਲਰ ਵੀਕ, ਇਸ ਕਰਕੇ ਇੱਥੇ ਏ ਹੈ। ਨੈਕਸਟ ਹੈ ਗੈਰੀ ਹੈਜ਼ ਅ ਪਾਰਟ ਟਾਈਮ ਜੌਬ, ਹੀ ਵਰਕਸ 3 ਮਾਰਨਿੰਗਸ ਏ ਵੀਕ। ਹੁਣ ਏ ਵੀਕ ਆਇਆ ਕਿਉਂਕਿ 3 ਮਾਰਨਿੰਗਸ ਕੰਮ ਕਰਦਾ ਹੈ ਹਫਤੇ 'ਚ। ਆਪਾਂ ਨੂੰ ਨਹੀਂ ਪਤਾ ਕਿਹੜੀਆਂ 3 ਮਾਰਨਿੰਗਸ, ਉਹ ਕੋਈ ਵੀ ਹੋ ਸਕਦੀਆਂ ਨੇ, ਕਿਸੇ ਸਪੈਸੀਫਿਕ ਮਾਰਨਿੰਗਸ ਦੀ ਗੱਲ ਨਹੀਂ ਹੋਈ ਹੈ, ਇਸ ਕਰਕੇ ਇੱਥੇ ਏ ਲੱਗਿਆ। ਨੈਕਸਟ ਹੈ 72.3 ਪੁੱਟ ਇਨ ਏ ਐਨ ਔਰ ਦ ਵੇਅਰ ਨੈਸੈਸਰੀ। ਫਿਰ ਆਪਾਂ ਏ ਐਨ ਔਰ ਦ ਲਗਾਉਣਾ। ਫਸਟ ਐਗਜ਼ਾਮਪਲ ਹੈ ਵੁੱਡ ਯੂ ਲਾਈਕ ਐਪਲ। ਹੁਣ ਐਪਲ ਜਿਹੜਾ ਉਹ ਇੱਕ ਨਾਊਨ ਹੈ ਤੇ ਕਾਊਂਟੇਬਲ ਵੀ ਹੈ, ਨਾ ਹੀ ਇਹ ਪਲੂਰਲ ਹੈ, ਫਿਰ ਇਹਦਾ ਮਤਲਬ ਇਹਦੇ ਨਾਲ ਐਨ ਲੱਗੇਗਾ, ਵੁੱਡ ਯੂ ਲਾਈਕ ਐਨ ਐਪਲ। ਨੈਕਸਟ ਹੈ ਹਾਊ ਆਫਨ ਡੂ ਯੂ ਗੋ ਟੂ ਡੈਂਟਿਸਟ। ਤੁਸੀਂ ਡੈਂਟਿਸਟ ਕੋਲ ਕਿੰਨਾ ਆਫਨ ਜਾਂਦੇ ਹੋ। ਸੋ ਉਹ ਵਾਲਾ ਪਰਟੀਕੂਲਰ ਡੈਂਟਿਸਟ ਜਿਹਦੇ ਕੋਲ ਤੁਸੀਂ ਜਾਂਦੇ ਹੋ, ਹੈ ਨਾ, ਮਤਲਬ ਕਿਸੇ ਵੀ ਆਮ ਡੈਂਟਿਸਟ ਦੀ ਗੱਲ ਨਹੀਂ ਹੋ ਰਹੀ, ਕੋਈ ਡੈਂਟਿਸਟ ਜਿਹਦੇ ਨਾਲ ਉਹ ਫੈਮਿਲੀਅਰ ਨੇ, ਜਿਹਨੂੰ ਉਹ ਜਾਣਦੇ ਨੇ, ਜਿਹਦੇ ਕੋਲ ਉਹ ਜਾਂਦੇ ਹੋਣਗੇ, ਠੀਕ ਹੈ, ਸੋ ਦੈਟ ਪਰਟੀਕੂਲਰ ਡੈਂਟਿਸਟ ਦੀ ਗੱਲ ਹੋ ਰਹੀ ਹੈ, ਸੋ ਇੱਥੇ ਡੈਂਟਿਸਟ ਦੇ ਨਾਲ ਦ ਆਏਗਾ, ਦ ਡੈਂਟਿਸਟ। ਨੈਕਸਟ ਹੈ ਕੁਡ ਯੂ ਕਲੋਜ਼ ਡੋਰ ਪਲੀਜ਼। ਹੁਣ ਕਿਸੇ ਵੀ ਆਮ ਡੋਰ ਦੀ ਗੱਲ ਨਹੀਂ ਹੋ ਰਹੀ ਕਿ ਦੁਨੀਆ 'ਚ ਕੋਈ ਡੋਰ, ਬਟ ਇੱਕ ਸਪੈਸੀਫਿਕ ਡੋਰ ਦੀ ਗੱਲ ਹੋ ਰਹੀ ਹੈ ਜਿਹੜਾ ਉਸ ਕਮਰੇ ਦਾ ਡੋਰ ਹੈ, ਸੋ ਡੋਰ ਦੇ ਨਾਲ ਵੀ ਦ ਆਏਗਾ। ਨੈਕਸਟ ਹੈ ਆਮ ਸੌਰੀ ਆਈ ਡਿਡਨਟ ਮੀਨ ਟੂ ਡੂ ਦੈਟ, ਇਟ ਵਾਜ਼ ਮਿਸਟੇਕ। ਹੁਣ ਮਿਸਟੇਕ ਕਾਊਂਟੇਬਲ ਨਾਊਨ ਆ, ਹੈ ਨਾ, ਜਾਂ ਤਾਂ ਇਹ ਪਲੂਰਲ ਹੋਵੇ ਬਟ ਦਿਸ ਇਜ਼ ਨਾਟ ਪਲੂਰਲ, ਸੋ ਇਹਦੇ ਨਾਲ ਏ ਲੱਗੇਗਾ, ਇਟ ਵਾਜ਼ ਏ ਮਿਸਟੇਕ, ਓਕੇ।
नेक्स्ट है एक्सक्यूज मी वेयर इज बस स्टेशन प्लीज। ਹੁਣ बस स्टेशन एक जगह का नाम है, नाउन है ना। सो पर एक पर्टिकुलर बस स्टेशन के बारे च पूछा जा रहा है कि उस सिटी का बस स्टेशन कित्थे है। किसी भी दुनिया के किसी भी बस स्टेशन की गल नहीं हो रही, एक पर्टिकुलर बस स्टेशन की गल हो रही है। सो द लग गया। फिर सिक्स्थ है आई हैव प्रॉब्लम। ਹੁਣ प्रॉब्लम एक नाउन है, ठीक है, ये नाल ए लगेगा, आई हैव ए प्रॉब्लम। नेक्स्ट है आई एम जस्ट गोइंग टू पोस्ट ऑफिस। पोस्ट ऑफिस अगैन एक जगह का नाम है, तो पर्टिकुलर पोस्ट ऑफिस की गल हो रही है, जोड़ा भी उन्होंने नियर बाय होएगा, ठीक है। फिर इत्थे आई एम गोइंग टू द पोस्ट ऑफिस आएगा, द पोस्ट ऑफिस। नेक्स्ट है देयर वर नो चेयर्स सो वी सैट ऑन द फ्लोर। चेयर्स ऑलरेडी प्लूरल है, ओके, इत्थे कोई चेंजेस नहीं है। सो वी सैट ऑन फ्लोर, हुण वो पर्टिकुलर फ्लोर एक नाउन है, पर्टिकुलर फ्लोर की गल हो रही है, उस कमरे के फ्लोर की। सो ऑन द फ्लोर। नेक्स्ट है हैव यू फिनिश्ड विद बुक आई लेंट यू। सो बुक नाउन है, तो किसी भी आम बुक की गल नहीं हो रही, उस पर्टिकुलर बुक की गल हो रही है जिहड़ी किसी ने दिती सी, किसी ने लेंट की सी। सो हैव यू फिनिश्ड विद द बुक, द बुक आएगा। नेक्स्ट है माई सिस्टर हैज़ गॉट जॉब इन बैंक इन जूरिच। हुण जॉब भी नाउन है, ठीक है, तो बैंक भी नाउन है, दोनों नाल ही कोई ना कोई आर्टिकल आना चाहिए। माई सिस्टर हैज़ गॉट ए जॉब ते नाल आएगा इन ए बैंक। सो वी लिव इन स्मॉल अपार्टमेंट। अपार्टमेंट एक नाउन है, ठीक है, इन सिटी सेंटर, सिटी सेंटर भी नाउन है। सो वी लिव इन a small apartment in the city center। Okay. Next है there is supermarket at end of street I live in। so supermarket एक noun है, ते end of street, street भी एक noun है। so there is a supermarket कित्थे है, पर्टिकुलर ਉਹ वाली स्ट्रीट के कोल जिथे मैं रहनी हाँ। ओके, सो देयर इज ए सुपरमार्केट at the end of the street, at the end of the street where I live in। okay. So next है, next exercise है 72.4। answer these questions about yourself। where possible use the structure in section D। ਹੁਣ section D ਦੇ ਵਿੱਚ ਉੱਪਰ ਜਿਹੜੇ ਆਪਾਂ ਪੜ੍ਹੇ ਸੀਗੇ once a week, 3 times a day, ਇੱਕ ਵਾਰ ਦੇਖ ਲੈਂਦੇ ਆ। section D ਦੇ ਵਿੱਚ we say once a week or 3 times a day or मतलब ਆਪਾਂ how often do you go to the cinema about once a month। ਹੁਣ month ਦੇ ਨਾਲ ਇੱਕ ਵਾਰ ਹੈ ਨਾ, ਮਹੀਨੇ 'ਚ ਇੱਕ ਵਾਰ, ਜਾਂ ਫਿਰ ਕਿੰਨੇ ਪੋਟੈਟੋਜ਼ ਨੇ 1.5 ਕਿਲੋ। ਹੈਲਨ ਵਰਕਸ 8 hours a day 6 days a week। ठीक है, मतलब ਇਹਨਾਂ ਨਾਲ ਆਪਾਂ ए यूज़ करते हैं, एन यूज़ करते हैं, उसी तरह ये देखना है। सो आप इन्होंने क्वेश्चंस के आंसर देने ने। फर्स्ट है हाउ ऑफन यू डू यू गो टू द सिनेमा। हुण इहदा आंसर कुछ भी हो सकता है, ठीक है, जरूरी नहीं है कि कोई पर्टिकुलर आंसर। तुसीं कह सकते हो ट्वाइस अ मंथ, ओके, वंस अ मंथ। सो कोई भी आंसर हो सकता है, बस ट्वाइस अ मंथ। नेक्स्ट है हाउ ऑफन डू यू गो अवे ऑन हॉलीडे, वंस अ ईयर। नेक्स्ट है व्हाट्स द यूजुअल स्पीड लिमिट इन टाउन्स इन योर कंट्री। स्पीड लिमिट कितनी है, 60 किलोमीटर्स an hour, 60 kilometers an hour। नेक्स्ट है हाउ मच स्लीप डू यू नीड, कितनी स्लीप चाहिए होंगी है, 8 hours a night, मतलब
ਇੱਕ ਰਾਤ 'ਚ 8 ਘੰਟੇ। ਫਿਰ ਹਾਊ ਆਫਨ ਯੂ ਡੂ ਯੂ ਗੋ ਆਊਟ ਇਨ ਦ ਈਵਨਿੰਗ, ਤੁਸੀਂ ਈਵਨਿੰਗ 'ਚ ਬਾਹਰ ਜਾਂਦੇ ਹੋ। ਅਬਾਊਟ ਕਿੰਨੀ ਵਾਰੀ ਜਾਂਦੇ ਹੋ, 3 times a week, 3 times a week। नेक्स्ट है हाउ मच टेलीविजन डू यू वॉच, कितना टेलीविजन देखते हो, 1 hour a day। नेक्स्ट है हाउ मच डज इज कॉस्ट टू रेंट अ स्मॉल कार इन योर कंट्री, ਤੁਹਾਡੀ ਕੰਟਰੀ 'ਚ ਸਮॉल ਕਾਰ ਲੈਣ ਲਈ ਕਿੰਨੇ ਪੈਸੇ ਲੱਗਦੇ ਨੇ ਰੈਂਟ ਕਰਨ ਨੂੰ, ਅਬਾਊਟ 500 रुपीज़ अ डे अप्रोक्सीमेटली, कोई भी अप्रोक्सीमेट तुसी वैल्यूज़ दे सकते। सो दैट इज़ ऑल, 72 यूनिट is completed with this। So I hope you understood। If any problems you can let me know in the comment section, and subscribe to the channel because you will get notification whenever I upload a new video। Okay students, thank you।